ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੁਰਾਣੀ ਪੈਨਸ਼ਨ ਯੋਜਨਾ ਤੇ ਲਟਕੀ ਤਲਵਾਰ। ਦੋਸਤੋ, ਦੇਸ਼ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਸਾਰੇ ਸੂਬਿਆਂ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਜਿਹੜਾ ਹੈਗਾ ਪੁਰਾਣੀ ਪੈਨਸ਼ਨ ਯੋਜਨਾ ਜਿਹੜਾ ਹੈ, ਪੁਰਾਣੀ ਪੈਨਸ਼ਨ ਸਕੀਮ ਕਹਿ ਲਓ, ਉਸ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਾਰੇ ਮੁਲਾਜ਼ਮਾਂ ਦੀ ਮੰਗ ਹੈ ਵੀ ਕਿ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਇਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ। ਜੇ ਗੱਲ ਕਰੀਏ ਤਾਂ ਇਹ ਮੁਲਾਜ਼ਮਾਂ ਦੀ ਇਹ ਮੰਗ ਸੀਗੀ ਪਿਛਲੇ ਲੰਬੇ ਸਮੇਂ ਤੋਂ, ਜੋ ਕਿ ਉਹ ਇਸ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਕਰਦੇ ਆ ਰਹੇ ਨੇ, ਸੰਘਰਸ਼ ਵੀ ਕਰਦੇ ਆ ਰਹੇ ਨੇ, ਪਰ ਹਲੇ ਤੱਕ ਉਹਨਾਂ ਦੀ ਮੰਗ ਪੂਰੀ ਨਹੀਂ ਹੋਈ। ਪਰ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਚੋਣਾਂ 'ਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ। ਉਹਨਾਂ ਨੇ ਐਲਾਨ ਕੀਤਾ ਵੀ ਕਿ ਹਾਂਜੀ, ਜੇ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਗੇ। ਅਤੇ ਇਸ ਤੋਂ ਬਾਅਦ ਜੇ ਦੇਖੀਏ ਤਾਂ ਇਹੀ ਮੁੱਦਾ ਹਿਮਾਚਲ ਵਿਧਾਨ ਸਭਾ ਚੋਣਾਂ 'ਚ ਵੀ ਦੇਖਣ ਨੂੰ ਮਿਲਿਆ, ਗੁਜਰਾਤ ਵਿੱਚ ਵੀ ਦੇਖਣ ਨੂੰ ਮਿਲਿਆ, ਰਾਜਸਥਾਨ 'ਚ ਵੀ ਦੇਖਣ ਨੂੰ ਮਿਲਿਆ। ਪਰ ਭਾਵੇਂ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਹਰ ਥਾਂ ਇਹ ਪ੍ਰਚਾਰਿਆ ਗਿਆ, ਪਰ ਪੰਜਾਬ 'ਚ ਸਰਕਾਰ ਬਣੀ, ਪੰਜਾਬ 'ਚ ਆਮ ਆਦਮੀ ਪਾਰਟੀ ਦੇ ਏਜੰਡੇ ਨੂੰ ਦੇਖਦਿਆਂ ਕਾਂਗਰਸ ਵੱਲੋਂ ਇਸ ਨੂੰ ਹਿਮਾਚਲ ਪ੍ਰਦੇਸ਼ 'ਚ ਵੀ ਜ਼ੋਰ ਸ਼ੋਰ ਨਾਲ ਉਭਾਰਿਆ ਗਿਆ। ਐਲਾਨ ਕੀਤਾ ਉਹਨਾਂ ਨੇ ਵੀ ਕਿ ਅਸੀਂ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਇਸ ਨੂੰ ਬਹਾਲ ਕਰ ਦਾਂਗੇ। ਇਸੇ ਤਰ੍ਹਾਂ ਰਾਜਸਥਾਨ 'ਚ ਵੀ ਹਾਲਾਤ ਕੁਝ ਦੇਖਣ ਨੂੰ ਮਿਲੇ ਨੇ। ਪਰ ਜੇ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ ਵਿੱਚ 11 ਮਹੀਨੇ ਤੋਂ ਵੱਧ ਸਮਾਂ ਸਰਕਾਰ ਨੂੰ ਹੋ ਚੁੱਕਾ ਹੈ, ਹਾਲੇ ਤੱਕ ਇਹ ਜਿਹੜਾ ਹੈ ਬਹਾਲ ਨਹੀਂ ਹੋ ਸਕੀ। ਭਾਵੇਂ ਕੈਬਨਿਟ ਵੱਲੋਂ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਵੀ ਕਿ ਹਾਂਜੀ, ਇਸ ਯੋਜਨਾ ਨੂੰ ਲਾਗੂ ਕਰਨ ਲਈ ਜਿਹੜਾ ਹੈਗਾ ਜਿਹੜੀ ਵਿਉਂਤਬੰਦੀ ਹੈ, ਪਲੈਨਿੰਗ ਹੈ, ਜਾਂ ਇਸ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ, ਉਸ ਦੀ ਇੱਕ ਰਿਪੋਰਟ ਤਿਆਰ ਕੀਤੀ ਜਾਵੇ। ਉਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਹੈਗਾ ਸਰਕਾਰ ਬਣੀ ਨੂੰ ਅੱਜ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਉਹਨਾਂ ਨੇ ਵੀ ਕਹਿ ਦਿੱਤਾ ਵੀ ਕਿ ਇਸ ਨੂੰ ਲਾਗੂ ਕਰਨ ਲਈ ਜਿਹੜਾ ਹੈਗਾ ਚਾਰਾਜੋਈ ਸ਼ੁਰੂ ਕੀਤੀ ਜਾਵੇ। ਅਤੇ ਇਸੇ ਤਰ੍ਹਾਂ ਰਾਜਸਥਾਨ 'ਚ ਵੀ ਹਾਲਾਤ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ। ਉੱਥੇ ਵੀ ਪੁਰਾਣੀ ਪੈਨਸ਼ਨ ਸਕੀਮ ਜਿਹੜਾ ਉਹਨੂੰ ਲਾਗੂ ਕਰਨ ਦੀ ਮੰਗ ਜ਼ੋਰ ਸ਼ੋਰ ਨਾਲ ਉੱਠ ਰਹੀ ਹੈ। ਦੋਸਤੋ, ਪਰ ਹੈਰਾਨੀਜਨਕ ਵਾਲੀ ਗੱਲ ਇਹ ਹੈ ਵੀ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀ ਵੋਟਾਂ ਬਟੋਰਨ ਲਈ ਕਹਿ ਲਈਏ ਜਾਂ ਰਾਜਨੀਤਿਕ ਏਜੰਡਾ ਸੈੱਟ ਕਰਨ ਲਈ ਕਹਿ ਲਈਏ ਕਿ ਇਹ ਐਲਾਨ ਤਾਂ ਕਰ ਦਿੱਤਾ ਗਿਆ, ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਸ ਨੂੰ ਜਿਹੜਾ ਹੈਗਾ ਲਾਗੂ ਕਰਨਾ ਈਜ਼ੀ ਹੈ, ਵੀ ਕਿ ਉਹਨਾਂ ਦੇ ਐਲਾਨ ਨਾਲ ਕੀ ਇਹ ਲਾਗੂ ਹੋ ਸਕਦੀ ਹੈ। ਕਿਉਂਕਿ ਜੇ ਨਜ਼ਰ ਮਾਰੀਏ ਵੀ ਕਿ ਇਹ ਪੁਰਾਣੀ ਪੈਨਸ਼ਨ ਸਕੀਮ ਕੀ ਸੀਗੀ ਜਾਂ ਨਵੀਂ ਪੈਨਸ਼ਨ ਸਕੀਮ ਕੀ ਹੈ, ਤਾਂ ਉਸ 'ਤੇ ਜੇ ਥੋੜ੍ਹੀ ਜਿਹੀ ਝਾਤੀ ਮਾਰੀਏ ਤਾਂ ਇਹ ਜਿਹੜੀ ਹੈਗੀ ਪੁਰਾਣੀ ਪੈਨਸ਼ਨ ਸਕੀਮ 1 ਅਪ੍ਰੈਲ 2004 ਤੋਂ ਜਿਹੜਾ 31 ਮਾਰਚ 2004 ਤੋਂ ਬੰਦ ਹੋ ਗਈ ਸੀ, ਅਤੇ ਨਵੀਂ ਪੈਨਸ਼ਨ ਸਕੀਮ ਉਹ 1 ਅਪ੍ਰੈਲ 2004 ਤੋਂ ਲਾਗੂ ਹੋ ਗਈ ਸੀ। ਇਹ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਇਹ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜਿਹੜਾ ਲਾਗੂ ਕੀਤੀ ਸੀ, ਕਿਉਂਕਿ 1 ਅਪ੍ਰੈਲ 2004 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ, ਸਰਕਾਰੀ ਮੁਲਾਜ਼ਮ ਭਰਤੀ ਹੋਣਗੇ, ਉਹਨਾਂ ਨੂੰ ਜਿਹੜਾ ਹੈਗਾ ਪੈਨਸ਼ਨ ਨਵੀਂ ਇਹ ਸਕੀਮ ਅਨੁਸਾਰ ਦਿੱਤੀ ਜਾਵੇਗੀ। ਕਿਉਂਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਸੀ ਉਸ 'ਚ ਤਾਂ ਸਿੱਧਾ ਸਪਸ਼ਟ ਤੌਰ 'ਤੇ ਹੁੰਦਾ ਸੀ ਵੀ ਕਿ ਮੁਲਾਜ਼ਮ ਨੂੰ ਜਿੰਨੀ ਤਨਖਾਹ ਅਖੀਰ 'ਚ ਰਿਟਾਇਰਮੈਂਟ ਸੇਵਾ ਮੁਕਤੀ ਸਮੇਂ ਮਿਲ ਰਹੀ ਸੀ, ਜਾਂ ਕਹਿ ਲਓ ਰਿਟਾਇਰਮੈਂਟ ਸਮੇਂ ਮਿਲਦੀ ਹੁੰਦੀ ਸੀ, ਉਸ ਦਾ ਅੱਧ ਪੈਨਸ਼ਨ ਦੇ ਰੂਪ ਦੇ ਵਿੱਚ ਦੇ ਦਿੱਤਾ ਜਾਂਦਾ ਸੀ। ਪਰ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ, ਇਸ ਪੈਨਸ਼ਨ ਸਕੀਮ ਅਧੀਨ ਸਾਰੇ ਮੁਲਾਜ਼ਮਾਂ ਦੇ, ਵੈਸੇ ਤਾਂ ਕਈ ਪੱਖ ਹੈ ਇਸ 'ਤੇ, ਪਰ ਜੇ ਮੁੱਖ ਤੌਰ 'ਤੇ ਜੇ ਗੱਲ ਕਰੀਏ ਤਾਂ ਸਾਰੇ ਹੀ ਮੁਲਾਜ਼ਮਾਂ ਦੀ ਤਨਖਾਹ 'ਚੋਂ ਹਰ ਮਹੀਨੇ ਕੁਝ ਹਿੱਸਾ ਕੱਟਿਆ ਜਾਂਦਾ, ਜੋ ਕਿ ਬਾਅਦ ਦੇ ਵਿੱਚ ਉਸ ਹਿੱਸੇ ਨੂੰ ਜਿਹੜਾ ਹੈਗਾ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ PFRDA ਕੋਲ ਜਿਹੜਾ ਹੈਗਾ ਜਮ੍ਹਾਂ ਕਰਾਇਆ ਜਾਂਦਾ, ਅਤੇ ਉਹਨਾਂ ਦੀ ਸੇਵਾ ਮੁਕਤੀ 'ਤੇ ਜਿਹੜਾ ਹੈਗਾ ਇਸ ਨੂੰ ਦਿੱਤਾ ਜਾਏਗਾ। ਪਰ ਇਸ 'ਤੇ ਵੀ ਕਈ ਤਰ੍ਹਾਂ ਦੇ ਪਹਿਲੂ ਨੇ ਜਿਸ ਤੋਂ ਮੁਲਾਜ਼ਮ ਵਰਗ ਕਾਫੀ ਨਾਰਾਜ਼ ਦਿਖ ਰਿਹਾ, ਕਿਉਂਕਿ ਉਹਨਾਂ ਦੀ ਮੰਗ ਹੈ ਵੀ ਕਿ ਸਰਕਾਰ ਨੇ ਇਸ 'ਚ ਕਈ ਤਰ੍ਹਾਂ ਦੀ ਤਰੁੱਟੀਆਂ ਰੱਖੀਆਂ, ਕਈ ਤਰ੍ਹਾਂ ਦੀ ਘਾਟਾਂ ਰੱਖੀਆਂ, ਅਤੇ ਉਸ ਕਰਕੇ ਜਿਹੜਾ ਹੈਗਾ ਉਹ ਲਗਾਤਾਰ ਇਸ ਪੈਨਸ਼ਨ ਸਕੀਮ ਦਾ ਵਿਰੋਧ ਕਰ ਰਹੇ ਨੇ। ਪਰ ਸਾਡੀ ਅੱਜ ਦੀਆਂ ਸਿਆਸੀ ਧਿਰਾਂ ਨੇ ਜਿਹੜਾ ਹੈਗਾ ਇਸ ਮੁੱਦੇ ਨੂੰ ਇੱਕ ਰਾਜਨੀਤਿਕ ਏਜੰਡਾ ਬਣਾ ਲਿਆ। ਜਿਹੜਾ ਹੈਗਾ ਉਹਨਾਂ ਵੱਲੋਂ ਮੁਲਾਜ਼ਮਾਂ ਦੀਆਂ ਵੋਟਾਂ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਐਲਾਨ ਕਰ ਦਿੱਤੇ ਗਏ, ਪਰ ਕੇਂਦਰ ਸਰਕਾਰ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ। ਅਤੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਂ ਸਪਸ਼ਟ ਤੌਰ 'ਤੇ ਕਹਿ ਦਿੱਤਾ ਵੀ ਕਿ ਜਿਹੜਾ ਹੈਗਾ ਇਹ ਪੁਰਾਣੀ ਪੈਨਸ਼ਨ ਜਿਹੜੀ ਸਕੀਮ ਹੈ ਉਹ ਲਾਗੂ ਕਰਨਾ ਮੁਸ਼ਕਿਲ ਹੈ, ਕਿਉਂਕਿ ਇਸ ਸਕੀਮ ਅਧੀਨ, ਜਿਹੜੀ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ਦਾ ਪੈਸਾ ਜਮ੍ਹਾਂ ਹੋਇਆ ਉਸ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ। ਇਹ ਅੱਜ ਸਪਸ਼ਟ ਤੌਰ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਸਟੈਂਡ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਸਪਸ਼ਟ ਕਰ ਦਿੱਤਾ। ਪਰ ਇਸ ਦੇ ਨਾਲ ਹੀ ਦੇਸ਼ ਦੇ ਵਿੱਚ ਵਿਵਾਦ ਜਿਹੜਾ ਹੈ ਹੋਰ ਵਧਣਾ ਸ਼ੁਰੂ ਹੋ ਗਿਆ, ਜੋ ਕਿ ਜਾਇਜ਼ ਵੀ ਹੈ, ਕਿਉਂਕਿ ਜਿੱਥੇ ਜਿਨ੍ਹਾਂ ਨੂੰ ਇਹ ਪੈਨਸ਼ਨ ਮਿਲਣੀ ਹੈ
ਜਾਂ ਜਿਨ੍ਹਾਂ ਨੂੰ ਦਿੱਤੀ ਜਾਣੀ ਹੈ ਉਹਨਾਂ ਵੱਲੋਂ ਇਸ ਪੈਨਸ਼ਨ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ। ਉਹ ਮੰਗ ਕਰ ਰਹੇ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪਰ ਇਹ ਨਹੀਂ ਹੋ ਰਹੀ, ਕਿਉਂਕਿ ਮੁੱਖ ਤੌਰ 'ਤੇ ਇਸ ਸਮੇਂ ਜੇ ਗੱਲ ਕਰੀਏ ਤਾਂ ਰਾਜਸਥਾਨ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਇਹਨਾਂ ਸੂਬਿਆਂ ਦੇ ਵਿੱਚ ਮੁੱਖ ਤੌਰ 'ਤੇ ਇਹ ਮੰਗ ਵੱਧ ਚੜ੍ਹ ਕੇ ਉੱਭਰ ਰਹੀ ਹੈ। ਮੁਲਾਜ਼ਮ ਰੋਸ ਪ੍ਰਦਰਸ਼ਨ ਵੀ ਕਰ ਰਹੇ ਨੇ, ਸੰਘਰਸ਼ ਦਾ ਰਾਹ ਵੀ ਅਖਤਿਆਰ ਕਰ ਰਹੇ ਨੇ। ਪਰ ਜੇ ਗੱਲ ਕਰੀਏ ਤਾਂ ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ, ਇਹਨਾਂ ਦੀਆਂ ਸਰਕਾਰਾਂ ਤਾਂ ਜਿਹੜਾ ਹੈਗਾ ਮੁਲਾਜ਼ਮਾਂ ਦੇ ਹੱਕ 'ਚ ਨਿੱਤਰ ਆਈਆਂ ਨੇ। ਉਹਨਾਂ ਨੇ ਸਪਸ਼ਟ ਤੌਰ 'ਤੇ ਐਲਾਨ ਕਰ ਦਿੱਤੇ ਨੇ ਅਤੇ ਉਹ ਮੰਗ ਕਰ ਰਹੀਆਂ ਨੇ ਵੀ ਕਿ ਜਿਹੜਾ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ ਅਤੇ ਉਹਨਾਂ ਦੇ ਜਿਹੜਾ ਵੀ ਪੈਸਾ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ਦਾ ਫਸਿਆ ਹੋਇਆ ਜਾਂ ਸਰਕਾਰ ਕੋਲ ਜਮ੍ਹਾਂ ਉਸ ਨੂੰ ਵਾਪਸ ਜਾਰੀ ਕੀਤਾ ਜਾਵੇ, ਤਾਂ ਜੋ ਇਹ ਪੁਰਾਣੀ ਪੈਨਸ਼ਨ ਸਕੀਮ ਹੈ ਲਾਗੂ ਕੀਤੀ ਜਾਵੇ। ਪਰ ਜੋ ਹੁਣ ਇਸ ਤਰ੍ਹਾਂ ਦਾ ਕੀ ਕਹਿੰਦੇ ਪ੍ਰਤੀਤ ਹੋ ਰਿਹਾ, ਜੋ ਹਾਲਾਤ ਬਣ ਰਹੇ ਨੇ ਵੀ ਕਿ ਚਾਹੇ ਸੂਬਾ ਸਰਕਾਰਾਂ ਚਾਹੇ ਕੇਂਦਰ ਸਰਕਾਰ ਹੈ, ਵੀ ਕਿ ਇਹਨਾਂ ਦੀ ਕਿਤੇ ਨਾ ਕਿਤੇ ਸਿਆਸੀ ਮਜਬੂਰੀ ਬਣਦੀ ਦਿਖ ਰਹੀ ਹੈ ਵੀ ਕਿ ਜਿਹੜਾ ਇਹ ਪੁਰਾਣੀ ਪੈਨਸ਼ਨ ਸਕੀਮ ਹੈ ਉਸ ਨੂੰ ਬਹਾਲ ਕਰਨਾ। ਪਰ ਜੇ ਉਹ ਅੱਜ ਕੇਂਦਰੀ ਵਿੱਤ ਮੰਤਰੀ ਦਾ ਸਟੈਂਡ ਹੈ, ਉਸ ਤੋਂ ਇਹ ਚੀਜ਼ ਸਪਸ਼ਟ ਹੁੰਦੀ ਹੈ ਵੀ ਕਿ ਕੇਂਦਰ ਸਰਕਾਰ ਇਹ ਸਾਰੇ ਪੈਸੇ ਨੂੰ ਕਿਸੇ ਨਾ ਕਿਸੇ ਨਿੱਜੀ ਕੰਪਨੀ 'ਚ ਕਹਿ ਲਈਏ, ਕਿਸੇ ਹੋਰ ਪਾਸੇ ਇਨਵੈਸਟ ਕਰ ਚੁੱਕੀ ਹੈ। ਇਸੇ ਕਰਕੇ ਉਹ ਪੈਸਾ ਜਿਹੜਾ ਹੈਗਾ ਇਹ ਵਾਪਸ ਕਰਨ ਤੋਂ ਹੱਥ ਪਿੱਛੇ ਨੂੰ ਜਿਹੜਾ ਹੈਗਾ ਖਿੱਚਦੀ ਦਿਖਾਈ ਦੇ ਰਹੀ ਹੈ। ਪਰ ਇਹ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ, ਕਿਉਂਕਿ ਜੇ ਗੱਲ ਕਰੀਏ ਤਾਂ ਨਵੀਂ ਪੈਨਸ਼ਨ ਸਕੀਮ ਅਧੀਨ ਦੇਸ਼ ਭਰ ਦੇ ਸਰਕਾਰੀ ਮੁਲਾਜ਼ਮਾਂ ਦਾ ਅਰਬਾਂ ਰੁਪਇਆ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਕੋਲ ਜਮ੍ਹਾਂ ਹੈ। ਉਹ ਜਿਹੜਾ PFRDA ਕੋਲ ਜਿਹੜਾ ਹੈਗਾ ਅਧੀਨ ਜਮ੍ਹਾਂ ਕੀਤਾ ਹੋਇਆ ਵੀ ਕਿ ਉਹ ਅਰਬਾਂ ਰੁਪਇਆ ਜਿਹੜਾ ਹੈਗਾ ਸਰਕਾਰ ਕੋਲ ਪਿਆ, ਅਤੇ ਸਰਕਾਰ ਨੇ ਸਪਸ਼ਟ ਤੌਰ 'ਤੇ ਅੱਜ ਕਹਿ ਦਿੱਤਾ ਵੀ ਕਿ ਉਹ ਪੈਸਾ ਵਾਪਸ ਨਹੀਂ ਹੋ ਸਕਦਾ। ਵੀ ਕਿ ਇਸ ਕਰਕੇ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਨਾਜ਼ੁਕ ਬਣ ਚੁੱਕੀ ਹੈ। ਪਰ ਇਸ ਬਾਰੇ ਸਰਕਾਰਾਂ, ਚਾਹੇ ਸੂਬਾ ਸਰਕਾਰ ਹੈ, ਉਹ ਐਲਾਨ 'ਤੇ ਐਲਾਨ ਕਰਦੀਆਂ ਜਾ ਰਹੀਆਂ। ਰਾਜਨੀਤਿਕ ਧਿਰਾਂ ਉਹ ਇਸ ਨੂੰ ਚੋਣਾਂ ਦੇ ਵਿੱਚ ਇੱਕ ਸਿਆਸੀ ਏਜੰਡਾ ਬਣਾਉਂਦੀਆਂ ਜਾ ਰਹੀਆਂ, ਪਰ ਉਹਨਾਂ ਨੂੰ ਲੋੜ ਹੈ ਸਥਿਤੀ ਸਪਸ਼ਟ ਕਰਨ ਦੀ ਵੀ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਨੂੰ ਲਾਗੂ ਕੀਤੀ ਜਾਵੇਗੀ, ਜਾਂ ਕੇਂਦਰ ਸਰਕਾਰ ਨੂੰ ਵੀ ਇਸ ਬਾਰੇ ਸਪਸ਼ਟ ਕਰਨਾ ਚਾਹੀਦਾ ਵੀ ਕਿ ਆਖਿਰਕਾਰ ਕਿਉਂ ਜਿਹੜਾ ਹੈਗਾ ਇਹ ਪੈਸਾ ਵਾਪਸ ਨਹੀਂ ਦਿੱਤਾ ਜਾ ਸਕਦਾ, ਜਾਂ ਕਿੰਨੇ ਸਮੇਂ ਬਾਅਦ ਜੇ ਗੱਲ ਕਰੀਏ ਤਾਂ ਇਹ PFRDA ਕੋਲ ਜਿਹੜਾ ਪੈਸਾ ਜਮ੍ਹਾਂ ਹੈ ਉਹ ਵਾਪਸ ਲਿਆ ਜਾ ਸਕਦਾ। ਇਸ ਬਾਰੇ ਸਾਰੀ ਚੀਜ਼ਾਂ ਬਾਰੇ ਜਿਹੜਾ ਹੈਗਾ ਸਥਿਤੀ ਸਪਸ਼ਟ ਕਰਨ ਦੀ ਲੋੜ ਹੈ। ਪਰ ਦੋਸਤੋ, ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਮੁੱਖ ਤੌਰ 'ਤੇ 3-4 ਸੂਬਿਆਂ ਦੀ, ਤਾਂ ਉਹਨਾਂ ਸੂਬਿਆਂ 'ਤੇ ਜੇ ਨਜ਼ਰ ਮਾਰੀਏ ਤਾਂ ਪੰਜਾਬ ਦਾ ਵੀ ਕੋਈ ਲਗਭਗ 17,000 ਕਰੋੜ ਤੋਂ ਵੱਧ ਰੁਪਇਆ ਜਿਹੜਾ ਹੈਗਾ ਉਹ ਇਹ ਨਵੀਂ ਪੈਨਸ਼ਨ ਸਕੀਮ ਅਧੀਨ ਉੱਥੇ ਜਮ੍ਹਾਂ ਹੈ। ਰਾਜਸਥਾਨ ਦਾ ਕੋਈ 39,000 ਕਰੋੜ ਤੋਂ ਵੱਧ ਹੈ। ਹਿਮਾਚਲ ਪ੍ਰਦੇਸ਼ ਦਾ 8500 ਕਰੋੜ ਤੋਂ ਵੱਧ ਹੈ, 86 ਕਰੋੜ ਦੇ ਕਰੀਬ ਹੀ ਹੈ। ਅਤੇ ਇਸ ਤਰ੍ਹਾਂ ਜਿਹੜਾ ਹੈਗਾ ਹੋਰਨਾਂ ਸੂਬਿਆਂ ਦਾ ਵੀ ਜਿਹੜਾ ਹੈਗਾ ਹਜ਼ਾਰਾਂ ਕਰੋੜ ਰੁਪਇਆ, ਜੋ ਕਿ ਕੁੱਲ ਕੀਮਤ ਅਰਬਾਂ ਦੇ ਵਿੱਚ ਬਣਦੀ ਹੈ, ਜੋ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਜਮ੍ਹਾਂ ਹੈ। ਪਰ ਹੁਣ ਸਵਾਲ ਇਹ ਖੜਾ ਹੁੰਦਾ, ਜਦੋਂ ਜਿਹੜੇ ਸਰਕਾਰੀ ਮੁਲਾਜ਼ਮਾਂ ਦਾ ਇਹ ਪੈਸਾ ਜਮ੍ਹਾਂ ਹੈ ਉਹ ਮੰਗ ਕਰ ਰਹੇ ਨੇ ਵੀ ਕਿ ਸਾਡੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈਗੀ ਬਹਾਲ ਕੀਤੀ ਜਾਵੇ, ਤਾਂ ਸਰਕਾਰ ਕਿਉਂ ਨਹੀਂ ਕਰ ਰਹੀ। ਇਸ ਦੇ ਨਾਲ ਹੀ ਜਦੋਂ ਵੱਡੀ ਗਿਣਤੀ 'ਚ ਸੂਬੇ, ਚਾਹੇ ਉਹ ਗੈਰ ਭਾਜਪਾਈ ਸੂਬੇ ਨੇ, ਜਿਵੇਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ, ਹਿਮਾਚਲ 'ਚ ਕਾਂਗਰਸ ਹੈ, ਰਾਜਸਥਾਨ 'ਚ ਕਾਂਗਰਸ ਹੈ, ਇਸ ਤਰ੍ਹਾਂ ਜਿਹੜਾ ਹੋਰਨਾਂ ਵੀ ਸੂਬਿਆਂ ਦੇ ਵਿੱਚ ਜਿਹੜੇ ਗੈਰ ਭਾਜਪਾਈ ਸੂਬੇ ਨੇ ਉਹਨਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਜਿਹੜਾ ਮੰਗ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ, ਤਾਂ ਫਿਰ ਜਦੋਂ ਵੱਡੀ ਗਿਣਤੀ 'ਚ ਸੂਬੇ ਇਹ ਮੰਗ ਕਰ ਰਹੇ ਨੇ ਤਾਂ ਕੇਂਦਰ ਸਰਕਾਰ ਆਖਿਰਕਾਰ ਇਹਨਾਂ ਦੀ ਮੰਗ ਕਿਉਂ ਨਹੀਂ ਮੰਨ ਰਹੀ, ਕਿਉਂ ਨਹੀਂ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ, ਜਾਂ ਕੀ ਇਹ ਸੂਬੇ ਜਿਹੜੇ ਨੇ ਸਹੀ ਢੰਗ ਨਾਲ ਆਪਣੀ ਆਵਾਜ਼ ਨਹੀਂ ਚੁੱਕ ਪਾ ਰਹੇ ਕੇਂਦਰ ਕੋਲ। ਜੇ ਦੇਖੀਏ ਤਾਂ ਇਸ ਤਰ੍ਹਾਂ ਦਾ ਹੋ ਸਕਦਾ, ਕਿਉਂਕਿ ਸਿਆਸੀ ਧਿਰਾਂ ਦਾ ਮੁੱਖ ਕੰਮ ਹੈ ਉਹ ਜਿਹੜਾ ਇਸ ਤਰ੍ਹਾਂ ਇੱਕ ਵੱਡੇ ਵਰਗ ਨੂੰ ਦੀਆਂ ਵੋਟਾਂ ਬਟੋਰਨ ਲਈ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਲਾਲਚ ਦੇ ਕੇ ਵੋਟਾਂ ਦਾ ਹਾਸਲ ਕਰਨ ਦੀ ਕਰ ਲੈਂਦੀ ਹੈ। ਪਰ ਜਿਹੜੇ ਉਹ ਐਲਾਨ ਕਰਦੀਆਂ ਨੇ ਫਿਰ ਉਹ ਪੂਰੇ ਨਾ ਹੋਣ ਕਰਕੇ ਕਈ ਤਰ੍ਹਾਂ ਦੇ ਦੋਸ਼ ਜਾਂ ਦੂਸ਼ਣਬਾਜ਼ੀਆਂ ਲੱਗਦੀਆਂ ਨੇ। ਪਰ ਜੇ ਗੱਲ ਕਰੀਏ ਤਾਂ ਸੂਬਾ ਸਰਕਾਰਾਂ ਨੂੰ ਜੋ ਕਰਨਾ ਚਾਹੀਦਾ ਇਸ ਲਈ ਉਹ ਨਹੀਂ ਕਰ ਰਹੀਆਂ। ਉਹਨਾਂ ਨੇ ਆਪਣੀ ਕੈਬਨਿਟਾਂ ਤੋਂ ਪਾਸ ਕਰਵਾ ਕੇ ਤਾਂ ਇਹ ਐਲਾਨ ਕਰ ਦਿੱਤੇ ਨੇ, ਪਰ ਜੋ ਇਸ ਚੀਜ਼ ਨੂੰ ਲਾਗੂ ਕਰਵਾਉਣ ਲਈ ਕਿ ਜੋ ਚਾਰਾਜੋਈ ਕਰਨੀ ਚਾਹੀਦੀ ਹੈ ਉਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਮਿਲ ਰਿਹਾ। ਕਿਉਂਕਿ ਜੇ ਗੱਲ ਕਰੀਏ ਸੰਵਿਧਾਨ ਅਨੁਸਾਰ ਇੱਕ ਇੰਟਰਸਟੇਟ ਕੌਂਸਲ ਬਣੀ ਹੋਈ ਹੈ, ਜੋ ਕਿ ਸੰਵਿਧਾਨ ਦੀ ਧਾਰਾ 263 ਅਧੀਨ ਬਣਾਈ ਗਈ ਹੈ। ਇਹ ਇੱਕ ਜਿਹੜਾ ਹੈਗਾ ਪਰਮਾਨੈਂਟ ਸੰਵਿਧਾਨਕ ਸੰਸਥਾ ਬਣਾਈ ਹੋਈ ਹੈ, ਜੋ ਕਿ ਸੂਬਿਆਂ ਦੇ ਅਜਿਹੇ ਮਸਲਿਆਂ ਨੂੰ ਕੇਂਦਰ ਸਰਕਾਰ ਨਾਲ ਉਭਾਰਨ ਦਾ ਕੰਮ ਕਰਦੀ ਹੈ। ਉਹਨਾਂ ਕੋਲ ਬੈਠ ਕੇ ਗੱਲਬਾਤ ਕਰਕੇ ਕੋਈ ਵੀ ਅਜਿਹੇ ਮਸਲੇ ਨੇ ਉਹਨਾਂ ਨੂੰ ਸੌਟ ਆਊਟ ਕਰਨ ਦਾ, ਉਹਨਾਂ ਨੂੰ ਹੱਲ ਕਰਨ ਦਾ ਜਿਹੜਾ ਕੰਮ ਕਰਦੀ ਹੈ। ਆਖਿਰਕਾਰ ਸੂਬਾ ਸਰਕਾਰਾਂ ਆਪਣੇ ਲੈਵਲ 'ਤੇ ਕੈਬਨਿਟ ਤੋਂ ਪਾਸ ਕਰਵਾ ਕੇ ਇਸ ਨੂੰ ਰਾਜਨੀਤਿਕ ਏਜੰਡਾ ਬਣਾ ਰਹੀਆਂ ਨੇ। ਚਲੋ, ਉਹ ਰਾਜਨੀਤਿਕ ਏਜੰਡਾ ਬਣਾਉਣਾ ਵੀ ਸਿਆਸੀ ਧਿਰਾਂ ਦਾ ਕੰਮ ਹੈ, ਜ਼ਰੂਰੀ ਹੈ। ਪਰ ਦੂਜੇ ਪਾਸੇ ਗੱਲ ਕਰੀਏ ਤਾਂ ਉਹ ਇੱਕ ਵੱਡੀ ਗਿਣਤੀ 'ਚ ਮੁਲਾਜ਼ਮ ਵਰਗ ਦੀ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਵੀ ਗੱਲ ਹੈ। ਜਦੋਂ ਕਿ ਲੋੜ ਹੈ ਉਹਨਾਂ ਨੂੰ ਚਾਹੀਦਾ ਵੀ ਕਿ ਉਹ ਇੰਟਰਸਟੇਟ ਕੌਂਸਲ ਕੋਲ ਇਹੋ ਜਿਹੇ ਮੁੱਦੇ ਚੁੱਕਣ ਤਾਂ ਜੋ ਕੇਂਦਰ ਸਰਕਾਰ ਕੋਲ ਇਹੋ ਜਿਹੇ ਮੁੱਦੇ ਚੁੱਕੇ ਜਾਣ ਅਤੇ ਦੇਸ਼ ਦੇ ਵਿੱਚ ਜਿਹੜਾ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਮੰਗ ਹੈ
ਉਸ ਨੂੰ ਕੀਤਾ ਜਾਵੇ, ਕਿਉਂਕਿ ਵੱਡੀ ਗਿਣਤੀ 'ਚ ਮੁਲਾਜ਼ਮ ਵਰਗ ਵੀ ਇਹ ਮੰਗ ਕਰ ਰਿਹਾ, ਸੂਬਾ ਸਰਕਾਰਾਂ ਵੀ ਮੰਗ ਕਰ ਰਹੀਆਂ ਨੇ। ਤਾਂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਕਿ ਉਹਨਾਂ ਦੀ ਮੰਗਾਂ ਵੱਲ ਗੌਰ ਕਰੇ, ਤਾਂ ਜੋ ਦੇਸ਼ ਦੇ ਵਿੱਚ ਇਹ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ। ਪਰ ਦੇਖਣਾ ਇਹੀ ਹੋਵੇਗਾ ਵੀ ਕਿ ਅੱਜ ਕੇਂਦਰੀ ਵਿੱਤ ਮੰਤਰੀ ਨੇ ਸਪਸ਼ਟ ਤੌਰ 'ਤੇ ਕਹਿ ਦਿੱਤਾ ਵੀ ਕਿ ਜਿਹੜਾ ਇਹ ਨਵੀਂ ਪੈਨਸ਼ਨ ਸਕੀਮ ਅਧੀਨ ਜਿਹੜਾ ਵੀ ਪੈਸਾ ਜਿਹੜਾ ਹੈਗਾ PFRDA ਕੋਲ ਜਮ੍ਹਾਂ ਹੈ, ਉਹ ਵਾਪਸ ਕਰਨਾ ਮੁਸ਼ਕਲ ਹੈ, ਵਾਪਸ ਨਹੀਂ ਕੀਤਾ ਜਾ ਸਕਦਾ। ਤਾਂ ਇਸ ਤੋਂ ਸਪਸ਼ਟ ਹੁੰਦਾ ਵੀ ਕਿ ਕੇਂਦਰ ਸਰਕਾਰ ਨੇ ਆਪਣਾ ਸਟੈਂਡ ਅੱਜ ਕਲੀਅਰ ਕਰ ਦਿੱਤਾ ਵੀ ਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਉਹ ਲਾਗੂ ਨਹੀਂ ਹੋ ਸਕਦੀ। ਪਰ ਹੁਣ ਦੇਖਣਾ ਇਹੀ ਹੋਵੇਗਾ ਵੀ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਵੱਖ-ਵੱਖ ਸੂਬਿਆਂ 'ਚ ਇਹ ਐਲਾਨ ਕਰ ਦਿੱਤੇ ਨੇ, ਅਤੇ ਕੈਬਨਿਟ ਵੱਲੋਂ ਵੀ ਉਹਨਾਂ ਨੇ ਮਨਜ਼ੂਰੀ ਦੇ ਕੇ ਇਸ 'ਤੇ ਚਾਰਾਜੋਈ ਜਿਹੜੀ ਹੈਗੀ ਸ਼ੁਰੂ ਕਰ ਦਿੱਤੀ ਹੈ। ਹੁਣ ਕਿਵੇਂ ਇਹ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ? ਕੀ ਸਾਡੀਆਂ ਸੂਬਾ ਸਰਕਾਰਾਂ ਜਿਹੜੇ ਚੋਣਾਂ 'ਚ ਵਾਅਦੇ ਕਰ ਸਕੀਆਂ ਨੇ ਉਹਨਾਂ ਨੂੰ ਕੇਂਦਰ ਸਰਕਾਰ ਕੋਲ ਚੁੱਕਣ 'ਚ ਜਾਂ ਉਹਨਾਂ ਤੋਂ ਮਨਵਾਉਣ 'ਚ ਕਾਮਯਾਬ ਹੋ ਸਕਣਗੇ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਵੱਲੋਂ ਤੁਹਾਡੇ ਤੱਕ ਇਸ ਤਰ੍ਹਾਂ ਦੇ ਜਨਤਕ ਮੁੱਦਿਆਂ ਨੂੰ ਜਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮੇਂ-ਸਮੇਂ 'ਤੇ ਉਭਾਰਿਆ ਜਾਏਗਾ, ਤਾਂ ਜੋ ਇਹਨਾਂ ਜਿਹੜੇ ਸਮੱਸਿਆਵਾਂ ਨੇ, ਇਹਨਾਂ ਦੇ ਮੁੱਦੇ ਨੇ, ਉਹ ਸਰਕਾਰਾਂ ਤੱਕ ਪਹੁੰਚ ਸਕਣ, ਉਹਨਾਂ ਦੇ ਕੋਈ ਨਾ ਕੋਈ ਜਿਹੜਾ ਪੁਖਤਾ ਜਾਂ ਠੋਸ ਹੱਲ ਨਿਕਲ ਸਕਣ, ਤਾਂ ਜੋ ਲੋਕਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦੀ ਥਾਂ 'ਤੇ ਉਹ ਖੁਸ਼ੀ-ਖੁਸ਼ੀ ਘਰ ਬੈਠੇ ਜਿਹੜੇ ਉਹਨਾਂ ਦੀ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ, ਅਤੇ ਦੇਸ਼ ਦਾ ਅਤੇ ਲੋਕਾਂ ਦਾ ਭਲਾ ਹੋ ਸਕੇ। ਅਤੇ ਕੱਲ੍ਹ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।